ਅੱਜ ਤਕਰੀਬਨ 8-10 ਦਿਨ ਹੋ ਗਏ ਹੈ ਸਾਡੇ ਪੰਜਾਬ ਦੇ ਤੇ ਬਾਕੀ ਸੂਬਿਆਂ ਦੇ, ਹਿੰਦੁਸਤਾਨ ਭਰ ਨੈਸ਼ਨਲ ਤੇ ਇੰਟਰਨੈਸ਼ਨਲ ਸਾਰੇ ਲੋਕਾਂ ਨੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ 'ਚ ਸਮਰਥਨ ਦਿੱਤਾ ਹੈ, ਕਿਉਂਕਿ ਕਿਸਾਨਾਂ ਦੀ ਜਿਹੜੀ ਡਿਮਾਂਡ ਹੈ ਉਹ ਸਹੀ ਡਿਮਾਂਡ ਹੈ। ਔਰ ਦੁੱਖ ਹੁੰਦਾ ਸਾਨੂੰ ਦੇਖ ਕੇ ਕਿ ਇਹ ਭਾਰਤ ਦੀ ਸਰਕਾਰ ਕਹੇ ਜੀ ਕਰੂਅਲ ਦਿਲ ਰੱਖਦੀ ਹੈ। ਔਰ ਅਗਰ ਸੱਚ ਦੇਖਿਆ ਜਾਵੇ ਤਾਂ ਕਿਹੜਾ ਮਹੀਨਾ ਪੋਹ ਤੇ ਮਾਘ ਦੇ ਵਿੱਚ ਬੈਠੇ ਹੈ, ਸਾਰੇ ਲੋਕ ਆਪਣੇ ਘਰਾਂ ਰਜਾਈਆਂ 'ਚ ਬੈਠਦੇ ਹੈ। ਆ ਮਹੀਨਾ ਬਜ਼ੁਰਗਾਂ ਦਾ, ਬੱਚਿਆਂ ਦਾ ਆਪਣੇ ਘਰਾਂ 'ਚ ਰਹਿਣ ਦਾ ਹੁੰਦਾ ਹੈ। ਅੱਜ ਇਸ ਮੋਦੀ ਸਰਕਾਰ ਦੀ ਜ਼ਾਲਮਾਨਾ ਸੋਚ ਤੇ ਨਫ਼ਰਤ ਭਰੀ ਸੋਚ ਦੇ ਕਾਰਨ ਅੱਜ ਸਾਡਾ ਸਾਰਾ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਸਾਰੇ ਸਾਡੇ ਭਰਾ ਸੜਕਾਂ ਤੇ ਦੁੱਖਾਂ ਤੇ ਸੁੱਖਾਂ ਦੀ ਜ਼ਿੰਦਗੀ ਨੂੰ ਆਪਣੇ ਹੱਕ ਲੈਣ ਲਈ ਆਪਣੇ ਨਾਲ ਭੋਗਣ ਵਾਸਤੇ ਉੱਥੇ ਤਿਆਰ ਹੋਏ ਬੈਠੇ ਹੈ। ਪੂਰੀ ਤਰ੍ਹਾਂ ਅੱਜ ਜਦੋਂ ਨਿਗਾਹ ਮਾਰੀਦੀ ਹੈ ਕਿ ਕਿਹੜਾ ਮਹੀਨਾ ਪੋਹ ਦਾ, ਸਾਨੂੰ ਯਾਦ ਦਿਵਾਤੀ ਹੈ ਸੂਬੇ ਸਰਹੰਦ ਦੀ। ਉੱਥੇ ਵੀ ਐਸੇ ਮਹੀਨੇ ਸਾਡੇ ਪਿਆਰੇ ਗੁਰੂ ਦੇ ਬੱਚਿਆਂ ਨੂੰ ਜਿਹੜਾ ਸੀਗਾ ਬੈਠੇ ਸੀ, ਤੇ ਇੱਕ ਉਸ ਵਕਤ ਦੇ ਹੰਕਾਰੀ ਰਾਜੇ ਨੇ ਜਿਹੜਾ ਸੀਗਾ ਸੂਬਾ ਸਰਹੰਦ, ਉਹਨੇ ਵੀ ਮਾਸੂਮ ਜਿੰਦਾ ਵੀ ਨਹੀਂ ਬਖਸ਼ੀਆਂ, ਬਜ਼ੁਰਗ ਉਹਨਾਂ ਦੀ ਦਾਦੀ ਮਾਤਾ ਵੀ ਨਹੀਂ ਬਖਸ਼ੀ। ਇਹੋ ਜਿਹਾ ਜ਼ੁਲਮ ਕੀਤਾ ਸੀ ਜਿਹਨੂੰ ਸਾਰੀ ਦੁਨੀਆ ਅੱਜ ਤੱਕ ਕਹਿੰਦੇ ਕਿ ਉਹ ਜਿਹੜਾ ਉਹਨਾਂ ਦੀ ਹਮੇਸ਼ਾ ਪੱਟੀਆਂ ਗਈਆਂ ਹੈ। ਸੋ ਅੱਜ ਉਹੀ ਫਿਰ ਇਤਿਹਾਸ ਅੱਜ ਇਸ ਮੋਦੀ ਦੀ ਸਰਕਾਰ ਨੇ, ਔਰ ਖ਼ਾਸ ਤੌਰ 'ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੋਦੀ ਜਿਹੜਾ ਇੰਨਾ ਸਖਤ ਤੇ ਅੜੀਅਲ ਰਵੱਈਆ ਰੱਖੀ ਬੈਠਾ ਹੈ, ਇਹ ਸਾਰੀ ਸਰਕਾਰ ਨੇ ਅੱਜ ਫਿਰ ਉਸ ਤਰ੍ਹਾਂ ਦੇ ਜ਼ੁਲਮ ਸਾਡੇ ਪਿਆਰੇ ਪੰਜਾਬੀਆਂ ਦੇ ਉੱਪਰ ਇਹਨਾਂ ਨੇ ਭਰਾਏ ਨੇਗੇ। ਅੱਜ ਕਿੰਨੇ ਕਿੰਨੇ ਦਿਨ ਹੋ ਗਏ, 2.5 3 4 ਮਹੀਨੇ ਪਹਿਲਾਂ ਇੱਥੇ ਬੈਠੇ ਹੈ, ਹੁਣ ਉੱਥੇ ਗਏ ਵੇ ਹੈ। ਔਰ ਇਹ ਵੀ ਇੱਕ ਦੁਨੀਆ 'ਚ ਰਿਕਾਰਡ ਕਾਇਮ ਕਰਤਾ, ਐਡਾ ਵੱਡਾ ਅੰਦੋਲਨ ਅੱਜ ਤੱਕ ਹੋਇਆ ਨਹੀਂ। ਔਰ ਇਹ ਵੀ ਰਿਕਾਰਡ ਕਾਇਮ ਕਰਤਾ ਕਿ ਇੰਨਾ ਪੀਸਫੁਲ, ਡਿਸਿਪਲਿਨ, ਸ਼ਾਂਤਮਈ ਤਰੀਕੇ ਨਾਲ ਭੁੱਖ ਅਤੇ ਦੁੱਖ ਦੇ ਵਿੱਚ ਰਹਿ ਕੇ ਸਾਡੀਆਂ ਮਾਵਾਂ ਭੈਣਾਂ ਸਾਰੀਆਂ, ਜਿੱਥੇ ਆਪਾਂ ਨੂੰ ਪਤਾ ਹੈ ਕਿ ਇੱਕ ਸੜਕ ਦੇ ਉੱਤੇ ਇੱਕ ਦਿਨ ਗੁਜ਼ਾਰਨਾ ਔਖਾ ਹੁੰਦਾ ਹੈ, ਉੱਥੇ ਕਿੰਨਿਆਂ ਸਮਿਆਂ ਤੋਂ ਬੈਠੀਆਂ ਦੁੱਖਾਂ ਤਕਲੀਫਾਂ ਦੇਖ ਕੇ ਆਪਣੇ ਹੱਕ ਮੰਗ ਰਹੀਆਂ ਨੇ। ਮੈਨੂੰ ਤਾਂ ਇਹਦਾ ਬਹੁਤ ਪਹਿਲਾਂ ਹੀ ਪਤਾ ਸੀ, ਪਤਾ ਨਹੀਂ ਕਿਉਂ ਇਹ ਮੋਦੀ ਸਾਹਿਬ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਨਫ਼ਰਤ ਕਿਉਂ ਕਰਦੇ ਆ, ਘਿਰਨਾ ਕਿਉਂ ਕਰਦੇ ਆ। ਕਿਉਂਕਿ ਜਦੋਂ ਇਹ ਗੁਜਰਾਤ ਦੇ ਮੁੱਖ ਮੰਤਰੀ ਸੀ, ਉਦੋਂ ਵੀ ਇਹਨਾਂ ਨੇ ਗੁਜਰਾਤ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਕਿਸਾਨਾਂ ਨੇ ਜਾ ਕੇ ਜ਼ਮੀਨਾਂ ਕਾਨੂੰਨੀ ਤੌਰ 'ਤੇ ਲਈਆਂ ਸੀ, ਸਾਰੀਆਂ ਰਜਿਸਟਰੀਆਂ ਸਭ ਕੁਝ ਖਰਚੇ ਭਰ ਕੇ ਲਏ ਸੀ। ਇਹਨਾਂ ਨੇ ਉੱਥੇ ਉਹਨਾਂ ਕਾਨੂੰਨੀ ਤੌਰ 'ਤੇ ਬੈਠੇ ਪੰਜਾਬੀਆਂ ਦਾ ਵੀ ਉਜਾੜਾ ਕੀਤਾ ਸੀ ਗੁਜਰਾਤ 'ਚੋਂ। ਤੇ ਅੱਜ ਸਾਰੇ ਦੇਸ਼ ਵਿੱਚੋਂ, ਕਿਉਂਕਿ ਸਮਝਦੇ ਸੀ ਕਿ ਪੰਜਾਬ ਦੇ ਵਿੱਚ, ਹਰਿਆਣਾ ਜਿਹੜੀਆਂ ਸਾਡੀਆਂ ਜ਼ਿਆਦਾ ਪ੍ਰੋਡਿਊਸਿੰਗ ਸਟੇਟ ਨੇ, ਉਹਨਾਂ ਦੇ ਉੱਤੇ ਪੈਣਾ ਹੈ ਭਾਰ। ਅੱਜ ਉਹੀ ਪਤਾ ਨਹੀਂ ਕਿਹੜੀ ਦੁਸ਼ਮਣੀ ਹੈ ਜਿਹੜੀ ਸਾਡੇ ਲੋਕਾਂ ਨਾਲ ਕੱਢਣ ਲੱਗੇ ਹੋਏ ਨੇ, ਲੇਕਿਨ ਇਹਨਾਂ ਨੂੰ ਇਹ ਭੁੱਲ ਗਏ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ। ਅੱਜ ਇਹਨਾਂ ਨੂੰ ਜ਼ਰੂਰ ਹੱਥਾਂ ਪੈਰਾਂ ਦੀ ਪਈ ਵੀ ਹੈ ਕਿ ਇਹ ਕਿਸਾਨ ਇੱਕ ਐਸੀ ਜਮਾਤ ਹੈ ਜਿਹੜੀ ਸਾਰੀ ਹਿੰਦੁਸਤਾਨ ਦੇ ਵਿੱਚ ਹੈ। ਔਰ ਕਿਸ ਤਰੀਕੇ ਦੇ ਨਾਲ ਜਦੋਂ ਸਾਡੇ ਇੱਥੇ ਕਣਕ ਨਹੀਂ ਸੀ ਮਿਲਦੀ, ਲਾਲ ਰੰਗ ਦੀ ਕਣਕ ਅਮਰੀਕਾ ਤੋਂ ਲਿਆਉਂਦੇ ਸੀ, ਸਾਨੂੰ ਉਸ ਵਕਤ ਸਾਨੂੰ ਆਪਣਾ ਅਨਾਜ ਇੰਨਾ ਪੈਦਾ ਕਰਕੇ ਦਿਖਾਇਆ, ਦੋਏ ਪਾਸਿਆਂ ਤੋਂ ਸਾਡੀ ਰੱਖਿਆ ਕੀਤੀ। ਇੱਕ ਤਾਂ ਪੇਟ ਭਰਨ ਲਈ ਅਨਾਜ ਪੂਰੇ ਦੇਸ਼ ਨੂੰ, ਜਿਹਨੂੰ ਆਪਾਂ ਅੰਨਦਾਤਾ ਕਹਿੰਦੇ ਹਾਂ ਕਿਸਾਨ, ਅੱਜ ਉਹਨਾਂ ਨੇ ਆਪਣੇ ਸੱਪਾਂ ਦੀਆਂ ਸਰੀਆਂ ਮਿੱਧ ਕੇ, ਮੁਸ਼ਕਲਾਂ ਤੇ ਔਖਾਂ ਨਾਲ ਢਿੱਡ ਬੰਨ੍ਹ ਕੇ, ਬੱਚਿਆਂ ਸਮੇਤ ਜਾ ਕੇ ਖੇਤੀਆਂ ਦੇ ਵਿੱਚ ਕਣਕਾਂ ਪੈਦਾ ਕਰਕੇ ਸਾਨੂੰ ਇਹਨਾਂ ਨੇ ਦਿੱਤਾ ਸੀ। ਜਿਸ ਵਕਤ ਅਨਾਜ ਦਿੱਤਾ, ਦੇਸ਼ ਨੂੰ ਅਨਾਜ ਦੇ ਪੱਖੋਂ ਸੈਲਫ ਡਿਪੈਂਡੈਂਟ ਕੀਤਾ। ਇਵੇਂ ਜਿਵੇਂ ਇਹਨਾਂ ਹੀ ਕਿਸਾਨਾਂ ਦੇ, ਪਿੰਡਾਂ ਦੇ, ਸਾਡੇ ਹਿੰਦੁਸਤਾਨ ਦੇ ਬੱਚਿਆਂ ਨੇ ਸਰਹੱਦ 'ਤੇ ਬਹਿ ਕੇ ਬਾਹਰਲੇ ਹਮਲਿਆਂ ਤੋਂ ਬਚਾਉਣ ਲਈ ਜਾਨਾਂ ਦੀਆਂ ਆਹੂਤੀਆਂ ਦਿੱਤੀਆਂ। ਸੋ ਅੱਜ ਹਰ ਵਰਗ, ਕਿਸੇ ਪਾਸੇ ਵੀ ਹੋਵੇ, ਕੋਈ ਪਾਰਟੀ ਹੋਵੇ, ਕੋਈ ਵਿੰਗ ਹੋਵੇ, ਫੌਜ ਹੋਵੇ, ਸੋਸ਼ਲ ਅਦਾਰੇ ਹੋਣ, ਰਾਜਨੀਤਿਕ ਹੋਣ, ਲੇਕਿਨ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਅਸੀਂ ਤਾਂ ਹਾਂ ਹੀ ਖੁਦ ਕਿਸਾਨਾਂ ਦੇ ਘਰੇ ਜੰਮੇ ਹਾਂ, ਲੇਕਿਨ ਜਿਹੜੇ ਨਹੀਂ ਵੀ, ਉਹਨਾਂ ਦਾ ਵੀ ਤਾਲੁਕ ਹੈ ਡਾਇਰੈਕਟ ਜਾਂ ਇਨਡਾਇਰੈਕਟ। ਕਿਸਾਨੀ ਦੇ ਬਿਨਾਂ ਅਸੀਂ ਅੱਗੇ ਨਹੀਂ ਵੱਧ ਸਕਦੇ, ਚੱਲ ਨਹੀਂ ਸਕਦੇ। ਅੱਜ ਮੋਦੀ ਸਾਹਿਬ ਥੋੜ੍ਹੀ ਜਿਹੀ ਵੀ ਸਮਝ ਤੋਂ ਕੰਮ ਲੈਣ, ਇੰਟਰਨੈਸ਼ਨਲ ਮਾਮਲਾ ਬਣ ਕੇ ਇੰਟਰਨੈਸ਼ਨਲ ਲੋਕਾਂ ਦੀ ਸਿੰਪਥੀ, ਹਮਦਰਦੀ ਮਿਲ ਰਹੀ ਹੈ, ਜਿਹਦੇ ਵਿੱਚ ਸਾਰੀ ਦੁਨੀਆ ਵਿੱਚ ਲੋਕ ਇਹਨਾਂ ਨੂੰ ਫਿੱਟ ਲਾਹਣਤ ਦਿੰਦੇ ਹੈ। ਤੇ ਜੇ ਤੁਸੀਂ ਕਰਨਾ ਹੀ ਹੈ ਤਾਂ ਕਿਉਂ ਤਰੀਕਾਂ ਪਾ ਰਹੇ ਹੋ, ਕਿਉਂ ਧਿਆਨ ਲੈ ਰਹੇ ਹੋ, ਕਿਉਂ ਤੁਸੀਂ ਇਸ ਤਰੀਕੇ ਦੇ ਨਾਲ 9 ਤਰੀਕ ਨੂੰ ਫਿਰ ਮੀਟਿੰਗ ਰੱਖੀ ਹੈ, ਪਹਿਲਾਂ 5 ਨੂੰ ਰੱਖੀ ਹੈ। ਇਹ ਮੀਟਿੰਗਾਂ ਦਾ ਮਾਮਲਾ ਕੀ ਹੈ? ਠੀਕ ਸਾਡੇ ਕੱਲ੍ਹ ਕਿਸਾਨ ਭਰਾਵਾਂ ਨੇ ਕਿਹਾ ਯੈਸ ਜਾਂ ਨੋ। ਤੁਸੀਂ ਅਗਰ ਸਮਝਦੇ ਆ ਕਿ ਕਿਸਾਨਾਂ ਨਾਲ ਤੁਹਾਨੂੰ ਹਮਦਰਦੀ ਹੈ, ਤੁਸੀਂ ਕਹਿੰਦੇ ਹੋ ਕਿਸਾਨਾਂ ਲਈ ਇਹ ਫਾਇਦੇਮੰਦ ਹੈ, ਲਾਹੇਵੰਦ ਹੈ, ਤਾਂ ਜੇ ਕਿਸਾਨ ਹੀ ਕਹਿੰਦੇ ਸਾਡੇ ਲਈ ਲਾਹੇਵੰਦ ਨਹੀਂ, ਤੁਹਾਨੂੰ ਕੀ ਤਕਲੀਫ ਹੈਗੀ ਹੈ? ਤੁਸੀਂ ਕਹੋ ਵੀ ਤੁਹਾਡੇ ਲਈ ਬਣਾਏ ਸੀ। ਅਗਰ ਤੁਹਾਨੂੰ ਲਾਹੇਵੰਦ ਨਹੀਂ ਲੱਗਦੇ, ਅਸੀਂ 1 ਮਿੰਟ 'ਚ ਕੈਂਸਲ ਕਰਦੇ ਹਾਂ। ਕਿਸਾਨ ਭਰਾਵੋ, ਤੁਸੀਂ ਇੱਥੇ ਇੰਨਿਆਂ ਸਮਿਆਂ ਤੋਂ ਲਮਕ ਰਹੇ ਹੋ, ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ, ਕਿਸ ਤਰੀਕੇ ਦੇ ਨਾਲ ਹਰ ਪਾਸੇ ਤੋਂ ਆਪਾਂ ਸਮਝਦੇ ਹਾਂ ਕਿ ਬਾਹਰ ਬੈਠ ਕੇ
ਇਹ ਮੋਦੀ ਸਾਹਿਬ ਨੂੰ ਕਹਿੰਦੀਆਂ ਵੀ 2-4 ਰਾਤਾਂ ਹੀ ਬਾਹਰ ਕੱਟ ਕੇ ਦਿਖਾਉਣ, ਉੱਥੇ ਲਾ ਲੈਣਾ ਆਪਣਾ ਤੰਬੂ ਹੀ ਜਾ ਕੇ ਬੈਠਣ, ਫਿਰ ਇਹਨਾਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਬਾਹਰ ਬੈਠਣਾ ਔਖਾ ਹੁੰਦਾ। ਇਸ ਲਈ ਪੁਰਜੋਰ ਸਾਡੀ ਸਾਰਿਆਂ ਦੀ ਇਹੀ ਹੈ ਕਿ ਅਕਲ ਤੋਂ ਕੰਮ ਲੈਂਦੀ ਹੋਈ ਇਹ ਮੋਦੀ ਦੀ ਸਰਕਾਰ ਜਿਹੜੀ ਬੈਠੀ ਹੈ, ਸਾਡੇ ਇਮਤਿਹਾਨ ਦਾ, ਸਾਡੇ ਸਬਰ ਦਾ ਪਿਆਲਾ ਨਾ ਇਹ ਕਹੇ ਕਿ ਫਟ ਚੱਲਿਆ, ਇਹ ਹਿੰਦੁਸਤਾਨ ਦੇ ਵਿੱਚ ਲੋਕਾਂ ਨੇ ਮਿਲੀ ਸਿੰਪਥੀ ਦੇ ਸਬਰ ਦਾ ਪਿਆਲਾ ਭੰਨਣ ਲਈ ਇਸ ਤਰ੍ਹਾਂ ਕਰਦੇ ਨੇ। ਇਹ ਵੀ ਹੈ, ਹੋ ਸਕਦਾ ਹੈ ਕਿੱਥੋਂ ਦੀਆਂ ਗੱਲਾਂ ਕਿੱਧਰ ਆਲੇ ਟਾਲੇ, ਫਲਾਨਾ ਖਤਰਾ, ਫਲਾਨਾ ਧਮਕਾ, ਫਲਾਨੇ ਆਏ, ਸੱਚੇ ਝੂਠੇ ਆਰੋਪ ਲਾ ਕੇ, ਸੱਚੀਆਂ ਝੂਠੀਆਂ ਤੂਹਮਤਾਂ ਲਾ ਕੇ ਤੁਸੀਂ ਕਿਉਂ ਮੌਕਾ ਦਿੰਦੇ ਹੋ? ਜੇ ਕੋਈ ਤੁਹਾਨੂੰ ਲੱਗਦਾ ਕਿ ਗਲਤ ਆਨਸਰ ਹੈ ਤਾਂ ਕੌਣ ਜ਼ਿੰਮੇਵਾਰ ਹੈ? ਮੋਦੀ ਸਾਹਿਬ, ਤੁਹਾਡੀ ਸਰਕਾਰ ਜ਼ਿੰਮੇਵਾਰ ਹੈ। ਤੁਸੀਂ ਮੌਕਾ ਦਿੰਦੇ ਹੋ। ਇਸ ਤਰ੍ਹਾਂ ਦੀ ਸਿਚੁਏਸ਼ਨਾਂ ਵਿੱਚ ਕਿਸੇ ਥਾਂ ਤੇ ਕੋਈ ਵੀ ਕੁਝ ਹੋ ਸਕਦਾ ਹੁੰਦਾ ਹੈ, ਤੁਸੀਂ ਜ਼ਿੰਮੇਵਾਰ ਹੋਵੋਗੇ, ਸਾਡੇ ਕਿਸਾਨ ਭਰਾ ਨਹੀਂ, ਸਾਡੇ ਅੰਦੋਲਨਕਾਰੀ ਨਹੀਂ, ਕਿਉਂਕਿ ਉਹਨਾਂ ਤਾਂ ਸਾਬਤ ਕਰ ਦਿੱਤਾ ਇੰਨੇ ਸਮੇਂ ਤੋਂ ਅਸੀਂ ਬੈਠੇ ਹਾਂ, ਸ਼ਾਂਤਮਈ ਬੈਠੇ ਹਾਂ, ਆਰਾਮ ਨਾਲ ਬੈਠੇ ਹਾਂ। ਪਰ ਤੁਸੀਂ ਇੰਨੇ ਸਮੇਂ ਦੇ ਵਿੱਚ ਕਾਹਦਾ ਨਿਉਂਦਾ ਦੇ ਕੇ ਬਿਠਾਏ ਹੋਏ ਨੇ? ਕਿਹੜਾ ਇਮਤਿਹਾਨ ਲੈਂਦੇ ਹੋ? ਕਿਹੜਾ ਸਾਥੋਂ ਜ਼ਿੰਦਗੀ ਦਾ ਬਦਲਾ ਕੱਢਣ ਲੱਗੇ ਹੋਏ ਹੋ? ਇਸ ਕਰਕੇ ਮੈਂ ਸਮਝਦੀ ਹਾਂ ਕਿ ਜੇ ਮਾੜੀ ਮੋਟੀ ਵੀ ਹਮਦਰਦੀ ਕਿਤੇ, ਜਾਂ ਮਾੜਾ ਮੋਟਾ ਵੀ ਇਹਨਾਂ ਨੂੰ ਦੁਨੀਆ ਦਾ ਮਿਹਣਾ ਥੋੜਾ ਮੋਟਾ ਇਹਨਾਂ ਦੇ ਦਿਲ ਦਿਮਾਗ ਦੇ ਉੱਤੇ ਅਸਰ ਕੀਤਾ, ਤਾਂ ਕੱਲ ਸਾਡੇ ਕਿਸਾਨ ਭਰਾਵਾਂ ਦੀ ਮੰਗ ਮੰਨਦੇ ਹੋਏ ਸਾਰਾ ਫੌਰਨ ਤੌਰ ਤੇ ਜਿਹੜੀ 9 ਤਰੀਕ ਨੂੰ ਮੀਟਿੰਗ ਹੋਣੀ ਹੈ, ਉਹਦੇ ਵਿੱਚ ਸਾਰੇ ਕਾਨੂੰਨ ਵਾਪਸ ਲੈਣ, ਤਾਂ ਕਿ ਸਾਡੇ ਹਿੰਦੁਸਤਾਨ ਦੀ ਕਿਸਾਨੀ ਜਿਹੜੀ ਮੰਗਦੀ ਹੋਏ ਤਾਂ ਕੁਛ ਨਹੀਂ, ਥੋਤੋਂ ਤਾਂ ਕੁਛ ਮੰਗਿਆ ਹੀ ਨਹੀਂ। ਉਹ ਤਾਂ ਇਹ ਕਹਿੰਦੇ ਸਾਡਾ ਜਿਹੜਾ ਸਾਡੇ ਕੋਲ ਹੈ ਰਹਿਣ ਦਿਓ, ਉਹ ਨਾ ਖੋਹੋ। ਸਾਡੀ ਜ਼ਮੀਨਾਂ, ਸਾਡੀ ਕਿਸਾਨੀ, ਸਾਡੀਆਂ ਮੰਡੀਆਂ, ਸਾਡਾ ਸਿਸਟਮ, ਇਹ ਸਾਰਾ ਜਿਹੜਾ ਸਮਝਦੇ ਕਿਸਾਨ ਤਾਂ ਆਪਣਾ ਹੀ ਮੰਗਦੇ ਆ, ਥੋਤੋਂ ਕੁਛ ਨਹੀਂ ਮੰਗਦੇ। ਇਸ ਲਈ ਰਹਿਮ ਕਰੋ, ਰੱਬ ਦਾ ਰਹਿਮ ਮੰਨੋ। ਤੁਸੀਂ ਰੱਬ ਦੀਆਂ ਜਿਹੜੀਆਂ ਸਜ਼ਾਵਾਂ ਹੁੰਦੀਆਂ ਬਹੁਤ ਵੱਡੀਆਂ ਹੁੰਦੀਆਂ, ਇਸ ਲਈ ਉਸ ਦੇ ਤੌਰ ਤੇ ਸਮਝਦੇ ਹੋਏ ਤੁਸੀਂ ਇਹ ਸਾਰਾ ਜਿੰਨੀ ਛੇਤੀ ਹੋਵੇ ਇਹਨਾਂ ਨੂੰ ਮੰਨ ਲੈਣਾ ਚਾਹੀਦਾ। 9 ਤਰੀਕ ਤੋਂ ਅੱਗੇ ਕੋਈ ਤਰੀਕ ਨਹੀਂ ਪਾਉਣੀ ਚਾਹੀਦੀ। ਇਹਨਾਂ ਨੂੰ 9 ਦੇ ਵਿੱਚ ਕਿਹੜੀਆਂ ਗੱਲਾਂ ਕੀ ਤੋਂ ਸਲਾਹ ਲੈਣੀ ਹੈ? ਇਹਨਾਂ ਤੋਂ ਸਲਾਹ ਲੈਣ ਜਾਣੀ ਹੈ? ਕਿੱਥੋਂ ਲੈਣ ਜਾਣੀ ਹੈ? ਤੁਹਾਡਾ ਹਿੰਦੁਸਤਾਨ ਦਾ ਕਿਸਾਨ ਹੈ, ਸਾਰਾ ਕਹਿੰਦਾ ਸਾਨੂੰ ਚਾਹੀਦਾ ਨਹੀਂ, ਤੁਸੀਂ ਕਹਿੰਦੇ ਮੈਂ ਧੱਕੇ ਨਾਲ ਦੇਣਾ ਹੈਗਾ ਤੁਹਾਨੂੰ। ਇਹ ਤਾਂ ਬੜੀ ਇੱਕ ਬਹੁਤ ਹੀ ਮੈਂ ਸਮਝਦੀ ਹਾਂ, ਇਹ ਲੱਗਦਾ ਕਿ ਕੋਈ ਐਸੀ ਸਾਤੋਂ ਕਿਹੜੀ ਦੁਸ਼ਮਣੀ ਕੱਢ ਰਹੇ ਹੋ ਸਾਡੇ ਨਾਲ। ਇਹਨੂੰ ਫੌਰੀ ਵਾਪਸ ਲਿਆ ਜਾਵੇ। ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਵੀ, ਇਹ ਤੁਸੀਂ ਬੈਠੇ ਹੋ, ਸਾਨੂੰ ਪਤਾ ਜਦੋਂ ਤੁਸੀਂ ਹਫ਼ਤੇ ਬੈਠੇ ਹੁੰਦੇ ਆ, ਤੁਸੀਂ ਇੱਕ ਡਿਸੀਜਨ ਲਿਆ ਕਿ ਰਾਜਨੀਤਿਕ, ਤਾਂ ਕਿ ਇਹਨਾਂ ਨੂੰ ਇਹ ਨਾ ਲੱਗੇ ਮੋਦੀ ਉਹਨਾਂ ਨੂੰ ਕਿ ਰਾਜਨੀਤਿਕ ਸਟੰਟ ਨੇ ਇਹ। ਤੁਸੀਂ ਰਾਜਨੀਤਿਕ ਲੋਕਾਂ ਨੂੰ ਕਿਹਾ ਅਸੀਂ ਤੁਹਾਡਾ ਹੁਕਮਨਾਮਾ ਮੰਨਿਆ, ਲੇਕਿਨ ਸਾਡੀ ਸਭ ਦੀ ਸਪੋਰਟ, ਸਾਡੀ ਕਿਸਾਨ ਜਥੇਬੰਦੀ ਜਿੱਥੇ ਮੂਹਰੇ ਬੈਠੀਆਂ, ਅਸੀਂ ਪੂਰੀ ਪਿੰਡਾਂ ਵਿੱਚ ਵੀ ਸਾਰਾ ਦੇਖ ਕੇ, ਜਿਹੜੇ ਘਰਾਂ 'ਚੋਂ ਲੋਕ ਗਏ ਹੈ ਉੱਥੇ ਵੀ ਦੇਖ ਰਹੇ ਹਾਂ। ਔਰ ਸਾਨੂੰ ਆਪ ਨੂੰ ਪਤਾ ਕਿ ਸਾਨੂੰ ਆਪਣੇ ਕਮਰੇ, ਸਾਨੂੰ ਆਪਣੇ ਜਦੋਂ ਸ਼ਾਮ ਨੂੰ ਬੈਠਦੇ ਹਾਂ ਘਰਾਂ ਦੇ ਵਿੱਚ, ਸਾਨੂੰ ਉਸ ਵਕਤ ਤੋਂ ਵੱਢਣ ਨੂੰ ਆਉਂਦੇ ਆ, ਇਹ ਸੋਚ ਕੇ ਕਿ ਨਿੱਕੇ ਨਿੱਕੇ ਬੱਚੇ ਸਾਡੇ ਸੜਕਾਂ 'ਤੇ ਬੈਠੇ ਆ, ਸਾਡੀਆਂ ਭੈਣਾਂ ਸੜਕਾਂ 'ਤੇ ਬੈਠੀਆਂ, ਸਾਡੇ ਭਰਾ ਸੜਕਾਂ 'ਤੇ ਬੈਠੇ ਆ। ਸਾਨੂੰ ਸਾਰਾ ਇਹ ਚੁਭਦੇ ਆ ਘਰਾਂ 'ਚ ਬੈਠਣਾ, ਜਿਹੜੇ ਇਸ ਤਰੀਕੇ ਨਾਲ ਬੈਠੇ ਆ, ਕਿਉਂਕਿ ਤੁਸੀਂ ਕਿਹਾ ਕਿ ਇੱਥੇ ਕੋਈ ਰਾਜਨੀਤਿਕ ਲੋਕ ਨਾ ਆਉਣ। ਇਸ ਲਈ ਕਰਕੇ ਸਮਝਦੇ ਹਾਂ ਕਿ ਇਹ ਸਾਰੀ ਚੀਜ਼ ਦਾ ਮੋਦੀ ਸਰਕਾਰ, ਇਹਨਾਂ ਨੂੰ ਚਾਹੀਦਾ ਫੌਰੀ ਤੌਰ 'ਤੇ 9 ਤਰੀਕ ਨੂੰ ਫੈਸਲਾ ਕਰਨ, ਅਤੇ ਜਿਹੜੇ ਲੋਕਾਂ ਵਾਸਤੇ ਤੁਸੀਂ ਬਣਾਇਆ ਉਹ ਲੋਕਾਂ ਨੂੰ ਮਨਜ਼ੂਰ ਨਹੀਂ। ਤੁਹਾਨੂੰ ਇੱਥੇ ਡੈਮੋਕ੍ਰੇਸੀ ਹੈ, ਲੋਕਾਂ ਦਾ ਫੈਸਲਾ ਮੰਨ ਲੈਣਾ ਚਾਹੀਦਾ ਹੈ। ਲੋਕਾਂ ਦੇ ਫੈਸਲੇ ਮੁਤਾਬਕ ਹੀ ਤੁਹਾਨੂੰ ਸਰਕਾਰ ਦੀ ਕੁਰਸੀ ਮਿਲੀ ਹੈ। ਜੇ ਤੁਹਾਨੂੰ ਮੈਜੋਰਟੀ ਆਈ, ਅੱਜ ਕਿਵੇਂ ਮੈਜੋਰਟੀ ਲੱਖਾਂ ਦੀ ਤਾਦਾਦ 'ਚ ਲੋਕ ਬੈਠੇ ਹੈਗੇ ਨੇ, ਅਤੇ ਇਹ ਲੋਕਾਂ ਦੀ ਮੈਜੋਰਟੀ ਕਹਿ ਰਹੀ ਹੈ ਕਿ ਸਾਨੂੰ ਚਾਹੀਦਾ ਨਹੀਂ। ਅੱਜ ਜੇ ਡੈਮੋਕ੍ਰੇਸਿਕ ਤੌਰ 'ਤੇ ਮੰਨਦੇ ਹੋ ਡੈਮੋਕ੍ਰੇਸੀ ਨੂੰ, ਤਾਂ ਤੁਸੀਂ ਉਹਨੂੰ ਆਪਣਾ ਸਾਰਾ ਜੇ ਲੋਕਾਂ ਦਾ ਮੰਨੋ। ਜੇ ਡੈਮੋਕ੍ਰੇਸੀ ਨਹੀਂ ਮੰਨਦੇ, ਮੈਜੋਰਟੀ ਨਹੀਂ ਮੰਨਦੇ, ਫਿਰ ਤਾਂ ਛੱਡ ਦਿਓ ਸਰਕਾਰ, ਤੁਹਾਨੂੰ ਬੈਠਣ ਦਾ ਕੋਈ ਫਾਇਦਾ ਹੀ ਨਹੀਂ। ਤੁਸੀਂ ਉਸ ਮੈਜੋਰਟੀ ਸਿਰ 'ਤੇ ਬੈਠੇ ਹੋ ਨਾ, ਉਹੀ ਮੈਜੋਰਟੀ ਅੱਜ ਇਹ ਮੰਗ ਕਰਦੇ ਹੋ, ਕਿਉਂ ਨਹੀਂ ਮੰਨ ਰਹੇ ਤੁਸੀਂ? ਇਸ ਲਈ ਮੇਰੀ ਇਹ ਪੁਰਜੋਰ ਬੇਨਤੀ ਹੈ, ਮੇਰੀ ਆਪਣੀ, ਕਿ ਤੁਸੀਂ ਸਾਰਾ ਕੁਝ ਵਾਪਸ ਕਰਕੇ ਹੋਰ ਇਮਤਿਹਾਨ ਨਾ ਲਓ। ਬਹੁਤ ਮੁਸ਼ਕਿਲ ਹੈ, ਸਾਨੂੰ ਇੱਕ ਇੱਕ ਮਿੰਟ ਸਾਨੂੰ ਪਤਾ ਸਾਡਾ ਕਿਵੇਂ ਨਿਕਲਦਾ। ਦੁੱਖ ਅਤੇ ਚਿੰਤਾ ਦੇ ਵਿੱਚ ਅਸੀਂ ਬੈਠੇ ਹਾਂ, ਚਿੰਤਾ ਵਿੱਚ ਹੀ ਰਹਿੰਦੇ ਹਾਂ ਸਾਰਾ ਦਿਨ। ਇਹਨੂੰ ਸਾਡੀਆਂ ਗੱਲਾਂ ਮੰਨ ਕੇ ਕਾਲੇ ਕਾਨੂੰਨ ਵਾਪਸ ਕਰਕੇ ਤਿੰਨੇ ਇਹਨਾਂ ਦੇ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ, ਤਾਂ ਕਿ ਵਾਜਤ ਆਪਣੇ ਘਰ ਵਿਚਾਰੇ ਸਾਰੇ ਵਾਪਸ ਆਉਣ।